ਬਿਲਕੁਲ ਇਲਫਲੇਲਾ ਨੰਗਾ ਪਿਆ। ਮੇਰੇ ਵੀਰ ਨੂੰ ਇਨਸਾਫ ਚਾਹੀਦਾ, ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਇਨਸਾਫ ਮਿਲਣਾ ਚਾਹੀਦਾ। चारपाई पे पुठा लेटा है, उसके बाद कपड़ा जो है ना वो उधर से लिबास। अस्सलाम वालेकुम नाज़रीन, मैं हूं आपका मेज़बान सज्जाद अली और आप देख रहे हैं प्रोग्राम सच के साथ। नाज़रीन, आज हम बात करेंगे सियालकोट के थाना सतरा का जो गांव कोट मोहल है, जहां पर एक 19 साला कासम के साथ तशद्दुद के बाद उसको आग लगाने की कोशिश की गई। तो इस टाइम पर मैं सिविल हॉस्पिटल डस्का पे मौजूद हूं। आइए उनके लवाहिकीन से बात करते हैं कि ये वाक़या कैसे पेश आया। जी, इस टाइम पर मेरे साथ काशिफ की बहन है। आइए उनसे पूछते हैं कि ये वाक़या कैसे पेश आया। अस्सलाम वालेकुम। ਵਾਲੇਕੁਮ ਸਲਾਮ। बहना की होया सी और किस तरह वाक़या पेश आया? ਮੇਰੇ ਭਾਈ ਨਾ ਪਹਿਲਾਂ ਵੀ ਉੱਥੇ ਜਾਂਦਾ ਹੁੰਦਾ ਸੀ कित्थे जांदा सी? ਪੈਟਰੋਲ ਪੰਪ ਤੇ। ਇਹ ਪੈਟਰੋਲ ਪੰਪ ਕਿਹਦਾ ਹੈ? ਲਾਲੇ ਨਵਾਜ਼ ਦਾ। ਠੀਕ ਹੈ। ਹਾਂਜੀ, ਤੇ ਉਹਨਾਂ ਨੇ ਫੋਨ ਕੀਤਾ, ਕਹਿਣ ਲੱਗਾ ਕਾਸ਼ਿਫ ਤੂੰ ਇੱਥੇ ਆ, ਅਸਾਂ ਰੋਟੀ ਖਾਣੀ, ਸਾਨੂੰ ਰੋਟੀ ਲਿਆ ਦੇ। ਇਹ ਉੱਥੇ ਗਿਆ, ਇਹ ਉੱਥੇ ਜਾ ਕੇ ਉਹਨਾਂ ਨੇ ਬਹਿ ਕੇ ਗੱਲਬਾਤ ਕਰਦੇ ਰਹੇ ਨੇ। ਥੋੜੀ ਦੇਰ ਬਾਅਦ ਇਹਦੇ ਕੱਪੜੇ ਉਤਾਰਨ ਲੱਗ ਪਏ ਨੇ। ਆਂਦਾ ਕਿ ਮੇਰੇ ਨਾਲ ਬੜੇ ਘੁਲੇ ਨੇ, ਬੜੇ ਮੇਰੇ ਉਹਨਾਂ ਨੇ ਕੱਪੜੇ ਉਤਾਰੇ ਨੇ। ਉਹਨਾਂ ਮੇਰੀ ਉਤਾਰੀ, ਮੈਂ ਆਪਣਾ ਬੜਾ ਹੀ ਹੋਰ ਲਿਆ। ਉਹ 3 ਜਣੇ ਸਨ, ਇਹ ਇਕੱਲਾ ਸੀ। ਬੜਾ ਕੁਝ ਇਹਦੇ ਨਾਲ ਕੀਤਾ, ਜ਼ਿਆਦਤੀ ਕੀਤੀ ਗਈ ਉਹਦੇ ਨਾਲ। ਜ਼ਿਆਦਤੀ ਕਾਫੀ ਕੁਝ ਉਹਨਾਂ ਨੇ ਪੈਟਰੋਲ ਪਿਲਾਉਂਦੇ ਨੇ, ਮੇਰੇ ਗਲੇ 'ਚ ਪੈਟਰੋਲ ਸੁੱਟਿਆ, ਫਿਰ ਮੇਰੀ ਪੀਠ ਤੇ ਪੈਟਰੋਲ ਉਹਨਾਂ ਨੇ ਸੁੱਟਿਆ, ਤੇਲ ਸਰੋਂ ਦਾ ਵੀ ਸੁੱਟਦੇ ਰਹੇ ਨੇ। ਫਿਰ ਮੈਨੂੰ ਉਹਨਾਂ ਨੇ ਜ਼ਿਆਦਤੀ ਕਰਕੇ ਜਦੋਂ ਪਿੱਛੇ ਦੌੜਨ ਲੱਗਾ ਨਾ, ਪੈਟਰੋਲ ਸੁੱਟ ਕੇ ਪਿੱਛੇ ਅੱਗ ਲਾਤੀ। ਅੱਗ ਲਾ ਕੇ ਉਹਨਾਂ ਨੇ ਪਤਾ ਤੱਕ ਨਹੀਂ ਲਿਆ ਕਿੱਥੇ ਹੈ ਤੇ ਕਿੱਥੇ ਨਹੀਂ। ਰਾਤ ਦੇ 12 ਵਜੇ ਤੱਕ, 9 ਵਜੇ ਤੱਕ ਇਹ ਹੈ, 12 ਵਜੇ ਘਰ ਆਇਆ ਵੇ। ਆਪਣੇ ਨੰਗਾ ਪਨੰਗਾ ਹੀ ਉਹਨੇ ਕੱਪੜੇ ਉਤਾਰੇ ਨਾ, ਉਹਦੀ ਬਾਅਦ ਅੱਗੇ ਡਿੱਗ ਪਿਆ। ਮਾਂ ਮੈਂ ਉਹਨੂੰ ਬਚਾ ਲਾ, ਮੈਂ ਬਾਹਰ ਚਲਾ। ਮੇਰੀ ਮਾਂ ਨੇ ਕਿਸੇ ਨੂੰ ਕਿ ਨਾਂ ਨੇ ਲਿਆ, ਚੁੱਪ ਕਰਕੇ ਰੋਂਦੀ ਰਹੀ ਸਾਰੀ ਰਾਤ। ਪੁੱਤਰ ਮੈਂ ਲੈ ਕੇ ਫਿਰ ਸੜਕ ਤੇ ਉਹਨੇ ਪਾਛੜੀ, ਮੰਜੀ ਤੇ ਪਾਛੜੇ, ਆਖਣ ਲੱਗੀ ਮੇਰੇ ਪੁੱਤਰ ਦਾ ਇਨਸਾਫ ਹੋਏਗਾ ਤੇ ਮੈਨੂੰ ਮੰਜੀ ਚੁੱਕਣੀ ਹੈ। ਪੁਲਿਸ ਆਉਂਦੀ ਰਹੀ ਹੈ, ਆਂਦੇ ਨਾ ਕਹਿੰਦੇ ਤੁਸੀਂ ਰੋਡ ਖਾਲੀ ਕਰ ਦਿਓ। ਰੋਡ ਨਹੀਂ ਖਾਲੀ ਅਸਾਂ ਕੀਤਾ ਕਿ ਸਾਡੇ ਬੱਚੇ ਦਾ ਕੁਝ ਬਣੇਗਾ ਤੇ ਕਢਾਂਗੇ ਨਾ। ਕਿਉਂ ਨਹੀਂ ਇੱਥੇ ਕੁਝ ਕਰਦੇ ਪਿਆ? ਇੰਨਾ ਉਹ ਜਲਸ ਕਰਤਾ ਹੈ, ਪਿੱਛੇ ਪੈਟਰੋਲ ਸੁੱਟ ਕੇ ਉਹਨਾਂ ਨੇ ਸਾੜ ਦਿੱਤੇ। ਮੇਰੇ ਭਰਾ ਸਵੇਰ ਦਾ ਰਾਤ ਦੇ 12 ਵਜੇ ਦਾ ਤਕਲੀਫ ਦੇ ਸਨ। ਕੋਈ ਸਾਡੀ ਮਦਦ ਨਹੀਂ ਵਾਸਤੇ ਆਇਆ ਕੋਈ ਵੀ ਨਾ। ਸਾਡੀ ਉਹ ਤੋਂ ਪਿੰਡੋਂ ਕਿਸੇ ਸੁਣੀ ਹੈ, ਨਾਲ ਥਾਣਾ ਹੈ ਸਾਡੇ, ਥਾਣੇ ਵਾਲਿਆਂ ਵੀ ਬਸ ਲਾਲੇ ਨਵਾਜ਼ ਦੀ ਹੀ ਸੁਣੀ ਹੈ, ਸਾਡੀ ਨਹੀਂ ਸੁਣੀ। ਉਹਨੇ ਪੈਸੇ ਦੇਣੇ ਨੇ, ਅਸੀਂ ਗਰੀਬਾਂ ਨੇ ਕੀ ਦੇਣਾ ਹੈ? ਭਰਾ ਕੋਲੇ ਨਾ ਉਹਨਾਂ ਦਾ ਕੀ ਜਾਣਾ ਮੈਂ। ਕੀ ਕਹਿਣਾ ਚਾਹੋਗੇ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸਾਹਿਬਾਨ? ਮੇਰੀ ਰਿਕਵੈਸਟ ਉਹਨਾਂ ਨਾਲ ਕਿ ਮੇਰੇ ਭਰਾ ਦਾ ਇਨਸਾਫ ਹੋਣਾ ਚਾਹੀਦਾ। ਉਹਨਾਂ ਜ਼ਿਆਦਤੀ ਵੀ ਕੀਤੀ ਹੈ, ਤੁਸੀਂ ਵੇਖ ਸਕਦੇ ਮੇਰੇ ਭਰਾ ਨੂੰ ਪੈਟਰੋਲ ਸੁੱਟ ਕੇ ਅੱਗ ਲਾ ਕੇ ਉਹਦੀ ਸਾਰੀ ਪੀੜ ਸਾੜੀ ਹੈ। ਕਿੰਨੇ ਲੋਕ ਸਨ? 3 ਸਨ। 3 ਲੋਕ ਸਨ। 3 ਸਨ। ਇਹ ਰਾਤੀ ਕਿਸ ਟਾਈਮ ਬੁਲਾਇਆ ਇਹਨੂੰ ਤੁਹਾਨੂੰ? ਇਹਨੂੰ 9 ਵਜੇ ਗਿਆ ਹੈ ਤੇ 12 ਵਜੇ ਘਰ ਆਇਆ। ਪੈੜੀ ਹਾਲਤ 'ਚ ਆਇਆ, ਕੱਪੜੇ ਸਾਰੇ ਲੱਤੇ ਨੇ। ਇਹਨੇ ਆਪਣੇ ਸਲਵਾਰ ਤੋਂ ਉਹਨਾਂ ਨੇ ਪਹਿਲੀ ਤਾਰ ਛੱਡੀ ਹੈ, ਬਾਅਦ ਇਹਨੇ ਕੱਪੜੇ ਪਾਏ ਨੇ। ਜਦੋਂ ਜ਼ੋਰਾਂ ਜ਼ਬਰਦਸਤੀ ਨਾਲ ਤੇ ਉਹਨਾਂ ਨੇ ਫਿਰ ਉਹਦੇ ਕੱਪੜੇ ਉਤਾਰ ਦਿੱਤੇ ਨੇ। ਜਦੋਂ ਤੇਲ ਸੁੱਟ ਕੇ ਉਹਨਾਂ ਨੇ ਅੱਗ ਲਾ ਛੱਡੀ ਗਏ, ਫਿਰ ਆਪਣੇ ਉੱਥੇ ਹੀ ਇਹਨੇ ਕੱਪੜੇ ਉਤਾਰੇ ਨੇ। ਉੱਥੇ ਉਤਾਰ ਥੋੜ ਕੇ ਨੰਗ ਪਨੰਗੇ ਘਰ ਭੱਜਿਆ ਸਾਡਾ। ਉਹਨਾਂ ਨੂੰ ਪੈਟਰੋਲ ਪੰਪ ਨਾਲ ਵਾਵਾ ਫਾਸਲਾ ਪਿੰਡ ਆਉਣ ਦਾ, ਰੋਡ ਤਾਂ ਇਹ ਨਾਲ ਹੀ ਸਾਡਾ ਘਰ ਹੈ। ਬਿਨਾਂ ਲਿਬਾਸ ਤੋਂ ਤੁਹਾਡਾ ਭਾਈ ਘਰ ਆਇਆ? ਬਿਨਾਂ ਲਿਬਾਸ ਤੋਂ ਘਰ ਗਿਆ ਹੈ। ਉਸ ਟਾਈਮ ਘਰ ਕੌਣ ਕੌਣ ਸੋ? ਮੇਰੀ ਚਾਚੀ, ਮੇਰੀ ਅੰਮੀ, 3-4 ਲੋਕ ਸੀ ਘਰ। ਦੂਸਰੇ ਮੇਰੇ ਭਰਾ ਪਿੰਡੀ ਕੰਮ ਤੇ ਗਏ ਨੇ, ਹਲੇ ਤੱਕ ਨਹੀਂ ਆਏ। ਮੇਰੇ ਵੀਰ ਨੂੰ ਇਨਸਾਫ ਚਾਹੀਦਾ, ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਇਨਸਾਫ ਮਿਲਣਾ ਚਾਹੀਦਾ। इस टाइम पे मेरे साथ कासम के वालिद साहब है, जिसको बेदर्दी के साथ तशद्दुद के बाद आग लगा दी गई। आइए इनसे पूछते हैं कि ये वाक़या कैसे पेश आया। अस्सलाम वालेकुम। ਵਾਲੇਕੁਮ ਸਲਾਮ। जी की ना है ਤੁਹਾਡਾ? ਜ਼ਹੂਰ ਅਹਿਮਦ। ਜ਼ੌਰ ਭਾਈ ਕੀ ਮਾਮਲਾ ਆਇਆ ਸੀ? ਸਰ ਮੇਰੇ ਬੇਟੇ ਨੂੰ ਕਾਲ ਕਰਕੇ ਪੰਪ ਤੇ ਉਹਨਾਂ ਮੁਲਾਜ਼ਮਾਂ ਨੇ ਬੁਲਾਇਆ। ਬੁਲਾਉਣ ਤੋਂ ਬਾਅਦ ਉਹਨੂੰ ਕਿਹਾ ਵੀ ਸਾਨੂੰ ਖਾਣਾ ਲਿਆ ਦੇ, ਸਾਡੇ ਕੋਲ ਬੰਦਾ ਇੱਕ ਸ਼ਾਰਟ ਹੈ। ਅੱਛਾ, ਤੁਹਾਡਾ ਬੇਟਾ ਪੰਪ ਤੇ ਕੰਮ ਕਰਦਾ ਸੀ? ਨਹੀਂ, ਕਬੀਰ ਕੰਮ ਪੰਪ ਵਾਲਿਆਂ ਦੇ ਨਾਲ ਇਹਦਾ ਕੀ ਤਲਕ ਸੀ? ਪੰਪ ਵਾਲਿਆਂ ਦੇ ਨਾਲ ਵੈਸੇ ਬੈਂਡ ਖਲੋਣੀ ਸੀ, ਮੇਰੇ ਘਰ ਦੇ ਨਜ਼ਦੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਖਾਣਾ ਮੰਗਾਇਆ, बैठ के खाना खाया अंदर। मेरे बेटे ने नहीं रोटी खाई क्योंकि घर से खा के गया था। उन्होंने दरवाज़ा बंद करके उस तो बाद वो कपड़े कुपड़े उतारते रहना। बच्चे ਤੁਹਾਡੇ ਦੇ ਕੱਪੜੇ ਉਤਾਰੇ? हाँ जी, कपड़े वो उसने नहीं उतारने देते क्योंकि वो जो है ना 3 थे, ये भी अच्छा था। दरवाज़ा खोल के ना बाहर निकला, बिल्कुल दरवाजे के सामने मशीन थी। उसने वो पानी के जो गिलास है ना पानी वाला, वो पेट्रोल पा के उत्ते सुट के दूसरे ने आग ला दी। और जितनी देर आग बुझी नहीं है उतनी देर जाने भी नहीं दिया उसे।
ਅੱਛਾ ਤੁਹਾਡੇ ਬੇਟੇ ਦੇ ਉੱਤੇ ਅੱਗ ਲਾ ਕੇ ਅੱਗ ਕਿਉਂ ਨਾ ਲਾਈ ਉਹਨੇ? पेट्रोल सुट के आग लगाई है ना, उसकी नीयत खराब थी। ये उसके घड़ा हो गया बाहर, जो निकला उसने उसी टाइम जड़ा ना वो सामने मशीन थी दरवाजे के, ਅੱਛਾ ਉਸ ਤੋਂ ਬਾਅਦ ਕੀ ਹੋਇਆ? उसके बाद ये घर पहुंचा। ਅੱਛਾ ਘਰ ਕਿਸ ਤਰ੍ਹਾਂ ਪਹੁੰਚਿਆ ਹੈ? पहुंचा, उसी तरह बगैर कपड़े तो घर गया, ਅੱਛਾ ਬਗੈਰ ਲਿਬਾਸ ਤੋਂ ਕਾਸਮ ਬਿਲकुल ਇਲਫ ਲੀਲਾ ਨੰਗਾ ਘਰ ਪਹੁੰਚਿਆ। बिल्कुल इलफलेला नंगा गया। ਕਿੰਨੇ ਵਜੇ ਦਾ ਟਾਈਮ ਸੀ ਜਦੋਂ ਘਰ ਪਹੁੰਚੇ? 12:30 बजे गया जी। ਰਾਤ 12:30 ਵਜੇ। ਅੱਛਾ ਫਿਰ ਕੀ ਹੋਇਆ? ਘਰ ਕੌਣ ਕੌਣ ਸੀ? कार मैं तो मेरी वाइफ और मेरी छोटियाँ बच्चियाँ सी। उसके बाद जो है ना मैं वो तो बच्चे से पूछता रहा हूँ कि क्या मसला बना। उसने कहा कि जो है ना मैं जो मसल के वो इतना थ्रेड हो गया कि वो बोला ही नहीं सी जाना। सुबह फिर जोड़ा है मैं अपने भाइयों ने बुलाया, उन्होंने दसिया भी आ मसला बनया। असी 4 पाई चुक के बाद च लिया, पहले असी थाने तलाह की थी क्या मसला साढ़े बच्चे नाल बनया। तो थाने वाले ने भी जड़ा ना तकरीबन थाने के बूहे अगे वो पंप है, इस वजह तो असी खौफजदा हो गए, असी रस्ता ब्लॉक कर लिया। फिर ਉਹ ਪੰਪ ਕਿਹਦਾ ਹੈ? वो लाला नवाज है कोई उधर का 17 संधवा का। ਅੱਛਾ ਫਿਰ ਕੀ ਹੋਇਆ? उस तो बाद ये हुण जो भी कार्रवाई वो जो पुलिस वाले आए ने साढ़े नाल SHO ਜਦੋਂ साहब। ਤੁਸੀਂ ਆਪਣਾ 4 ਪਈ ਬੱਚੇ ਦੀ ਆਪਣਾ ਲੈ ਕੇ ਆਏ ਹੋ ਰੋਡ ਦੇ ਉੱਤੇ, ਫਿਰ ਉੱਥੇ ਪੁਲਿਸ ਪਹੁੰਚੀ। हाँ जी, ਪੁਲਿਸ ਨੇ ਤੁਹਾਨੂੰ ਕੀ ਕਿਹਾ? आधा घंटा बाद पुलिस पहुंची है, मौजूदा पुलिस। उन्होंने कहा कि चले थाने आओ, मैनू कल्ले नू लै गए ने, बच्चा मेरा उधर है। उधर फिर आके वापसी चलो उत्थे चलने जाके करने क्योंकि उन्होंने दा काम कोई होर सिस्टम असी मेरे पिंड वालियां ने सलाह कर ली कि बच्चे ते ज़्यादा जुल्म होया, असी नहीं चुकना। असी तकरीबन 4 घंटे जड़ा उहदे बैठे रहे। SHO साहब आए ने, फिर उन्होंने साडे नाल जो भी कीता, उन्होंने बह के साडी दरखास्त लिखी। हुण लिहाजा सानू इत्थे इंसाफ मिलना चाहिए, असी बहुत माड़े बंदे हैं। जी मेरे नाल इस टाइम कासम ਦੇ ਮਾਮੂ ਨੇ, ਇਹਨਾਂ ਕੋਲੋਂ ਪੁੱਛਨੇ ਆ ਕਿ ਵਾਕਿਆ ਕਿਸ ਤਰ੍ਹਾਂ ਪੇਸ਼ ਆਇਆ। अस्सलाम वालेकुम जी। वालेकुम सलाम। ਕੀ ਨਾਮ ਹੈ ਤੁਹਾਡਾ? ਨਦੀਮ। ਨਦੀਮ ਭਾਈ ਕੀ ਦੇਖਿਆ ਜੀ, ਕੀ ਮਾਮਲਾ ਹੋਇਆ ਹੈ? ਮੈਂ ਸਰ ਸਕੂਲ 'ਚ ਕੰਮ ਕਰ ਰਿਹਾ ਸੀ ਪੇਂਟ ਦਾ, ਤੇ ਇੱਕ ਲੜਕਾ ਆਇਆ, ਉਹਨੇ ਕਿਹਾ ਕਿ ਯਾਰ ਰੋਡ ਬੰਦ ਹੋਇਆ, ਚਲਾਹਾਂ ਵੇਖ ਕੇ ਕੀ ਮਸਲਾ ਹੋਇਆ। ਗਏ ਆ ਉੱਥੇ ਤੇ ਕਿ ਭਾਂਜਾ ਮੇਰੇ ਨੂੰ 4 ਪਾਈ ਤੇ ਲਟਾਇਆ ਉਹਨਾਂ, ਤੇ ਕੀ ਹੈ ਜੀ ਲਾਲੇ ਨਵਾਜ਼ ਦਾ ਜਿਹੜਾ ਬੇਟਾ ਨਾ, ਉਹਨੇ ਰਾਤ ਦਾ ਪਕੂਆ ਬਣਾਇਆ, ਤੇ ਰਾਤ ਦਾ ਇੱਕ ਸਮਾਂ ਹੀ ਕਿਤੇ ਜਾ ਨਹੀਂ ਸਕੇ, ਤੇ ਸਵੇਰ ਇਹ ਕਿ ਜਿਹੜਾ ਰੋਡ ਛੋੜ ਉਹਨਾਂ ਬੰਦ ਕੀਤਾ, ਤੇ ਉੱਥੇ ਪੁਲਿਸ ਵੀ ਜਦੋਂ ਆਈ। ਤੁਸੀਂ ਕਾਸਮ ਨੂੰ ਦੇਖਿਆ ਜਾ ਕੇ, ਤੇ ਉਦੋਂ ਕਾਸਮ ਦੀ ਕੀ ਹਾਲਤ ਸੀ? ਉਦੋਂ ਵੀ ਕਿ 4 ਪਾਈ ਪੇ ਪੁੱਠਾ ਲੇਟਾ ਉੱਤੇ, ਬਸ ਕਪੜਾ ਜਿਹੜਾ ਨਾ ਉਹ ਉਹਦੇ ਉੱਤੇ ਹੀ ਲਿਬਾਸ ਸਾਰਾ ਜਿਸਮ ਉਹਨੂੰ ਉਹਦਾ। ਦੇਖ ਕੇ ਦੁੱਖ ਲੱਗਾ ਸੀ? ਹਾਂਜੀ ਬਹੁਤ ਦੁੱਖ ਲੱਗਾ ਹੈ। ਸਾਡੇ ਜਿਹੜੇ ਰਿਸ਼ਤੇਦਾਰ ਅੱਗੇ ਪਿੱਛੇ ਵੇਖ ਕੇ ਪੁਲਿਸ ਵਾਲਿਆਂ ਨੂੰ ਉਹਨਾਂ ਗਾਲਾਂ ਕੱਢੀਆਂ ਕਿ ਤੁਹਾਡੇ ਕੋਲੋਂ ਬੰਦੇ ਨੱਠ ਗਏ ਨੇ। ਉਹਨਾਂ ਕਿਹਾ ਜੀ ਤੁਸੀਂ ਸਾਨੂੰ ਦੱਸਿਆ ਤੇ ਅਸੀਂ ਫੜਨਾ ਸੀ ਨਾ। ਇਹ ਮਾਮਲਾ ਤਾਂ ਹੋਏ ਨੇ ਉੱਥੇ ਘੰਟਾ 2 ਰੋਡ ਬਲਾਕ ਹੋਇਆ ਰਿਹਾ। ਰੋਡ ਬਲਾਕ ਹੋਇਆ ਤੇ ਕਿ ਪੁਲਿਸ ਆਈ ਹੈ, ਉਹਨਾਂ ਆਖਿਆ ਜੀ ਰੋਡ ਖੋਲੋ ਤੇ ਕਿ ਤੁਹਾਡਾ ਹੱਲ ਕਰਾਂਗੇ। ਔਰ ਸਾਰਾ ਪਿੰਡ ਕਿ ਰੋਡ ਬੱਸਾਂ ਬਲਾਕ ਇਹ ਉਹ ਬਹੁਤ ਕੁਛ ਹੋਇਆ। ਫਿਰ ਉਹਨਾਂ ਮਾਮਲਾ ਲਿਖ ਪੜਤ ਕੀਤੀ ਹੈ, ਪਰਚਾ ਆਇਆ ਉਹਨਾਂ ਤੇ ਕਿਹਾ ਜੀ ਉਹਨਾਂ ਤੁਸੀਂ ਬੱਚੇ ਨੂੰ ਹਸਪੀਟਲ ਖੜੋ, ਅਸੀਂ ਪੁਲਿਸ ਵਾਲੇ ਕਹਿੰਦੇ ਤੁਹਾਡੇ ਨਾਲ ਆ। ਫਿਰ ਵੀ ਮਜੀਦ 'ਚ 36 ਘੰਟੇ ਦਾ ਟਾਈਮ ਲੈਂਦੇ ਹਾਂ। ਜੇ ਸਾਡੇ ਕੋਲ ਕੁਛ ਆਪਣਾ ਨਿਜ਼ਾਮ ਹੈ ਕਿ ਤੁਹਾਡੇ ਕੋਲ ਬਿਹਤਰ ਕਰਕੇ ਤੁਹਾਡੇ ਕੋਲ ਆਵਾਂਗੇ, ਨਾ ਤੁਹਾਡੇ ਕੋਲ ਬਿਹਤਰ ਹੋ ਸਕਿਆ ਸਾਡੇ ਕੋਲ, ਅਸੀਂ ਜਿਹੜਾ ਨਾ ਤੁਹਾਡੇ ਨਾਲ ਖੁਦ ਚੱਲ ਕੇ ਰੋਡ ਫਿਰ ਬਲਾਕ ਕਰ ਦਿਆਂਗੇ ਕਿ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ। ਅੱਛਾ ਡੀਪੀਓ ਸਿਆਲਕੋਟ ਫੈਸਲ ਜਵੇਦ ਸਾਹਿਬ ਨੂੰ ਕੀ ਕਹੋਗੇ? ਡੀਪੀਓ ਨੂੰ ਇਹ ਕਰਾਂਗੇ ਸਰ ਜੀ ਸਾਨੂੰ ਇਨਸਾਫ ਚਾਹੀਦਾ, ਮਾੜੇ ਬੰਦੇ ਆ ਕਿ ਉਹਨਾਂ ਸਾਡੇ ਨਾਲ ਜ਼ਿਆਦਤੀ ਕੀਤੀ है। जी नाज़रीन मेरे साथ थे कासम के मामू थे जो बता रहे हैं कि जब मैं वहाँ पर पहुँचा तो उस टाइम पर रोड बिल्कुल ब्लॉक था और मेरा भांजा जो है बिना लिबास के उसके ऊपर एक कपड़ा डाला हुआ था जिसकी 4 पहिया रोड पर रख कर एहतजाज किया जा रहा था। कासम को इंसाफ दिलाने के लिए पूरा अहले इलाका के जितने भी लोग थे वहाँ पर मौजूद थे। रोड दोनों तरफ से बिल्कुल ब्लॉक था और मौके पर SHO 17 भी मौके पर पहुँचे, DSP डस्का भी मौके पर पहुँचे, जिन्होंने इस फैमिली को तसल्ली दिलवाई कि हम आपको इंशाल्लाह इंसाफ दिलाएंगे और जो भी इस वाक़े के जिम्मेदारान है उनको कैफरे करदार तक पहुँचाएगा। आइए आप आपको दिखाते हैं इस वक़्त के और मनाजर के क्या वाक़या ये कैसे पेश आया है। जी मेरे साथ इस टाइम पर 19 साल कासिम है जिसको आग लगाई गई। आइए इससे बात करते हैं कि ये वाक़या कैसे पेश आया। अस्सलाम वालेकुम। वालेकुम कासिम की होया सी? मोर भाई मैंने 9 बजे सद्या होया सी पंप ते। अच्छा मैं आंदे सी आया रोटी लगाई, रोटी खा ली। बाद विचों इन्हां मैनू अंदर खड़िया रोटी खवा के। तैमूर दे नाल होर कौन सी? तमोर ना 2 जने होर सी, एक मुंडा अली सी ते एक पोस्टर चलांदा है पोल। अच्छा फिर क्या होया? इन्हां मैनू अंदर लैके गए ने ठीक है तमोर भाई ने ते इन्हां तिन्नां जणियां ने ना मेरे कपड़े तुआरे गलत करन दी। इन्हां मैनू कोशिश कीती, वो मैं भज्जन दी कोशिश करना पर भज्जन नहीं सी दिंदे।
ਜਿਸ ਟਾਈਮ ਇਹਨਾਂ ਗਲਤ ਕਰਨ ਦੀ ਕੋਸ਼ਿਸ਼ ਕੀਤੀ ਨਾ ਕਿ ਸਾਰੇ ਕੱਪੜੇ ਲਾਉਣ ਦੀ ਚੀਜ਼ ਨਾ ਮੈਂ ਬਾਹਰ ਨਿਕਲਿਆ ਤੇ ਇਹਨਾਂ ਨੇ ਨਾ ਮੇਰੇ ਤੋਂ ਪੈਟਰੋਲ ਪਾਇਆ। ਅਲੀ ਨੇ ਪੈਟਰੋਲ ਪਾਇਆ ਤੇ ਤਮੂਰ ਭਾਈ ਨੇ ਅੱਗ ਲਾਈ। ਦੇਖਿਆ ਫਿਰ ਮੈਂ ਸਾਰੇ ਮੇਰੇ ਕੱਪੜੇ ਸੜ ਗਏ, ਅੱਗ ਲੱਗ ਗਈ ਤੇ ਮੈਂ ਬਾਕੀ ਕੱਪੜੇ ਲਾਏ ਨੇ ਤੇ ਮੈਂ ਆਪਣੇ ਘਰ ਚਲਾ ਗਿਆ ਟਾਲੀਆਂ ਦੇ ਵਿੱਚੋਂ। ਮੈਂ ਘਰ ਗਿਆ, ਮੇਰੇ ਘਰ ਦੇ ਸਾਰੇ ਪਰੇਸ਼ਾਨ ਕਿ ਕੀ ਹੋਇਆ। ਬਾਅਦ ਵਿੱਚ ਸੁਬਾਹ ਰੌਲਾ ਬਣਿਆ। ਤੁਸੀਂ ਕੀ ਕਹਿਣਾ ਚਾਹੋਗੇ ਡੀਪੀਓ ਸਿਆਲਕੋਟ ਨੂੰ? ਮੈਂ ਸਾਰੇ ਇਹੀ ਕਹਿਣਾ ਚਾਹੁੰਦਾ ਕਿ ਇਨਸਾਫ ਮਿਲਣਾ ਚਾਹੀਦਾ ਤੇ ਇਨਸਾਫ ਮਿਲੇ ਤੇ तहसील डस्का का थाना सतरा का गांव कोट मुखल जहां का रहायशी 19 साला कासिम, जिसको पेट्रोल पंप पर खाना देने के बहाने से कॉल करके बुलाया गया, रात की तारीकी में जिसके साथ ज्यादती करने की कोशिश की और उसको तशद्दुद का निशाना बनाया। जब ज्यादती करने के बाद भी उनका दिल ना भरा तो उस पर पेट्रोल छिड़क कर उसको आग लगाने की कोशिश की। जब कासिम को आग लग गई तो वो जलते हुए कपड़ों की ताब ना ला सका, जिसने अपने सारे कपड़े अपनी मदद उतार दिए और अपने घर की तरफ भाग गया। जब अपने घर के आंगन में पहुंचा तो कासिम बिल्कुल बेलिबास था, जिसकी बहनें, जिसकी माँ और वालिद ने जिसको देखकर चीखों पुकार शुरू कर दी। रात की तारीखी का पिछला पहर था और वो सारा अहले खाना गम से नडाल था, जिसको सुबह होते ही कासिम को चारपाई पर डालकर थाना सतरा के सामने पेट्रोल पंप पर जहां ये वाकया हुआ वहां पर उसकी चारपाई रखकर एहतजाज किया गया। एहतजाज के साथ एक ही फरियाद थी, पूरे अहले इलाका की सदाएं बुलंद हो रही थी कि कासिम के साथ ज्यादती करने वालों को गिरफ्तार किया जाए। जी नाजरीन, ये था वाकया सियालकोट की तहसील डस्का और गांव कोट मुगल जो थाना सतरा के इलाका में वाकया है, जहां पर 19 साला कासिम के साथ बहुत बड़ी ज्यादती हुई। आपने देखा कासिम के वालिद, उसके मामू, उसकी बहन, भाई, सबकी एक ही फरियाद है डीपीओ सियालकोट साहिब और डॉक्टर उस्मान अनवर आईजी साहिब से कि हमारे भाई को इंसाफ दिलाया जाए ताकि कोई भी इस तरह का घिनौना जुर्म ना करे। कासिम के वाकया में जो जितने भी किरदार हैं उनको सामने लाकर कैफरे किरदार तक पहुंचाया जाए ताकि जो गम से नडाल कासिम की फैमिली है उनके आंसू पहुंचे जा सके और उनके दिल को भी सुकून हो। कैमरामैन टीम के साथ अपने मेजबान सज्जाद अली को इजाजत दीजिएगा। अल्लाह निगहबान। ਬਿਲਕੁਲ ਇਲਪਲੇਲਾ ਨੰਗਾ ਪਿਆ। ਮੇਰੇ ਵੀਰ ਨੂੰ ਇਨਸਾਫ ਚਾਹੀਦਾ, ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਇਨਸਾਫ ਮਿਲਣਾ ਚਾਹੀਦਾ। चारपाई पे पुट्ठा लेटा है, उसके बाद कपड़ा जो है ना वो उधर से लिबास